Hello students, in this video lecture we are going to start fifth chapter of your book Footprints Without Feet. And this lesson's name is also Footprints Without Feet. Can a man become invisible? ਕੀ ਇੱਕ ਆਦਮੀ invisible ਹੋ ਸਕਦਾ ਹੈ? This is the story of a scientist who discovers how to make himself invisible. ਇਹ ਇੱਕ ਸਟੋਰੀ ਇੱਕ ਸਾਇੰਸਦਾਨ ਦੀ ਹੈ ਜੋ ਆਪਣੇ ਆਪ ਨੂੰ ਇਨਵਿਜ਼ੀਬਲ ਕਰ ਲੈਂਦਾ ਹੈ। ਉਹ ਇੱਕ ਖੋਜ ਕਰਦਾ ਹੈ ਕਿ ਮਨੁੱਖ ਨੂੰ ਇਨਵਿਜ਼ੀਬਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਅਤੇ ਉਹ ਇਹ ਮੈਡੀਸਨ ਆਪਣੇ ਉੱਪਰ ਹੀ ਯੂਜ਼ ਕਰਦਾ ਹੈ ਅਤੇ ਆਪਣੇ ਆਪ ਨੂੰ ਇਨਵਿਜ਼ੀਬਲ ਕਰ ਲੈਂਦਾ ਹੈ। ਡਸ ਹੀ ਯੂਜ਼ ਔਰ ਮਿਸਯੂਜ਼ ਹਿਸ ਡਿਸਕਵਰੀ? ਕੀ ਉਹ ਆਪਣੀ ਇਸ ਖੋਜ ਦਾ ਸਹੀ ਇਸਤੇਮਾਲ ਕਰਦਾ ਹੈ ਜਾਂ ਉਸ ਨੂੰ ਮਿਸਯੂਜ਼ ਕਰਦਾ ਹੈ? ਇਹ ਆਪਾਂ ਇਸ ਲੈਸਨ ਦੇ ਵਿੱਚ ਪੜਾਂਗੇ। Let's start the lesson. The two boys started in surprise at the fresh muddy imprints of a pair of bare feet. ਦੋ ਲੜਕਿਆਂ ਨੇ ਬੜੇ ਹੀ ਹੈਰਾਨ ਹੋ ਕੇ ਕੀ ਦੇਖਿਆ? Fresh muddy imprints. Imprints ਕੀ ਹੁੰਦਾ ਹੈ? Impressions, ਪੈਰਾਂ ਦੇ ਨਿਸ਼ਾਨ ਦੇਖੇ, ਚਿੱਕੜ ਨਾਲ ਲਿਬੜੇ ਹੋਏ। ਮੱਡੀ ਕੀ ਹੁੰਦਾ? ਚਿੱਕੜ ਨਾਲ ਲਿਬੜੇ ਹੋਏ। ਦੋ ਪੈਰਾਂ ਦੇ ਨਿਸ਼ਾਨ ਵੇਖੇ ਜੋ ਕਿ ਨੰਗੇ ਪੈਰਾਂ ਦੇ ਨਿਸ਼ਾਨ ਸਨ। What was a barefooted man doing on the steps of a house? ਇਹ ਇੱਕ ਨੰਗੇ ਪੈਰਾਂ ਵਾਲਾ ਵਿਅਕਤੀ ਕੀ ਕਰ ਰਿਹਾ ਸੀ ਪੌੜੀਆਂ ਦੇ ਉੱਪਰ, ਇੱਕ ਘਰ ਦੀਆਂ ਪੌੜੀਆਂ ਦੇ ਉੱਪਰ, ਇਨ ਦਾ ਮਿਡਲ ਆਫ ਲੰਡਨ। ਲੰਡਨ ਦੇ ਵਿਚਕਾਰ ਇਹ ਨੰਗੇ ਪੈਰਾਂ ਵਾਲਾ ਵਿਅਕਤੀ ਇੱਕ ਘਰ ਦੀਆਂ ਪੌੜੀਆਂ ਦੇ ਉੱਪਰ ਕੀ ਕਰ ਰਿਹਾ ਸੀ? ਐਂਡ ਵੇਅਰ ਵਾਜ਼ ਦਾ ਮੈਨ? ਅਤੇ ਮੈਨ ਕਿੱਥੇ ਸੀ? ਕਿਉਂਕਿ ਕੋਈ ਆਦਮੀ ਤਾਂ ਦਿਖਾਈ ਦੇ ਹੀ ਨਹੀਂ ਰਿਹਾ ਸੀ, ਸਿਰਫ ਉਸਦੇ ਪੈਰਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਜੋ ਕਿ ਚਿੱਕੜ ਦੇ ਵਿੱਚ ਲਿਬੜੇ ਹੋਏ ਸਨ। ਐਜ਼ ਦੇ ਗੇਜ਼ਡ ਕੀ ਹੁੰਦਾ ਹੈ? ਟਿਕਟਕੀ ਲਗਾ ਕੇ ਵੇਖਣਾ, ਲੁਕਿੰਗ ਇੰਟੈਂਟਲੀ। ਐਜ਼ ਦੇ ਗੇਜ਼ਡ ਅ ਰਿਮਾਰਕੇਬਲ ਸਾਈਟ ਮੈਟ देयर ਆਈਜ਼। ਇੱਕ ਹੋਰ ਨਿਸ਼ਾਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ। ਅ ਫਰੈਸ਼ ਫੁੱਟਮਾਰਕ ਅਪੀਅਰਡ ਫਰੋਮ ਨੋਵੇਅਰ। ਇੱਕ ਤਾਜ਼ਾ ਪੈਰਾਂ ਦਾ ਨਿਸ਼ਾਨ ਉਹਨਾਂ ਦੇ ਸਾਹਮਣੇ ਅਪੀਅਰ ਹੋ ਗਿਆ। ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਕਿ ਇਹ ਕਿੱਥੋਂ ਅਪੀਅਰ ਹੋ ਰਹੇ ਸਨ। Further footprints followed one after another. ਉਸ ਤੋਂ ਬਾਅਦ ਇੱਕ ਤੋਂ ਬਾਅਦ ਅਗਲਾ ਫੁੱਟਪ੍ਰਿੰਟਸ ਜੋ ਸਨ ਉਹ ਉਹਨਾਂ ਦੇ ਸਾਹਮਣੇ ਆਉਂਦੇ ਗਏ। Descending the steps and progressing down the street. ਇਹ ਜੋ ਫੁੱਟਪ੍ਰਿੰਟਸ ਸਨ ਇਹ ਅੱਗੇ ਨੂੰ ਵੱਧ ਰਹੇ ਸਨ, ਗਲੀ ਦੇ ਵਿੱਚ ਅੱਗੇ ਨੂੰ ਇਹ ਵੱਧ ਰਹੇ ਸਨ। The boys followed. ਲੜਕਿਆਂ ਨੇ ਕੀ ਹੈ? ਇਹਨਾਂ ਦਾ ਪਿੱਛਾ ਕੀਤਾ। Fascinated ਕੀ ਹੈ? Strongly attracted and interested. ਬਹੁਤ ਜ਼ਿਆਦਾ ਹੋ ਕੀ ਹੈ? ਆਕਰਸ਼ਿਤ ਸਨ ਇਹਨਾਂ ਪੈਰਾਂ ਦੇ ਨਿਸ਼ਾਨਾਂ ਤੋਂ। Until the muddy impression became fainter and fainter. ਜਦ ਤੱਕ ਇਹ ਪੈਰਾਂ ਦੇ ਨਿਸ਼ਾਨ ਅੱਗੇ ਦੀ ਅੱਗੇ ਮੱਧਮ ਨਾ ਹੁੰਦੇ ਗਏ। And at last disappeared altogether. ਅਤੇ ਆਖਿਰ ਦੇ ਵਿੱਚ ਇਹ ਕਦਮਾਂ ਦੇ ਨਿਸ਼ਾਨ ਅਲੋਪ ਹੋ ਗਏ। ਜਦ ਤੱਕ ਉਹਨਾਂ ਪੈਰਾਂ ਦੇ ਨਾਲ ਗਾਰਾ ਲੱਗਿਆ ਹੋਇਆ ਸੀ, ਮਿੱਟੀ ਲੱਗੀ ਹੋਈ ਸੀ, ਗਿੱਲੀ ਮਿੱਟੀ ਲੱਗੀ ਹੋਈ ਸੀ, ਤਦ ਤੱਕ ਤਾਂ ਉਹਨਾਂ ਲੜਕਿਆਂ ਨੂੰ ਉਹ ਪੈਰਾਂ ਦੇ ਨਿਸ਼ਾਨ ਦਿਸਦੇ ਰਹੇ ਅਤੇ ਜਿਵੇਂ ਜਿਵੇਂ ਉਹ ਮਿੱਟੀ ਪੈਰਾਂ ਤੋਂ ਲੈਂਦੀ ਗਈ ਇਹ ਜੋ ਪੈਰਾਂ ਦੇ ਨਿਸ਼ਾਨ ਸਨ, ਨੰਗੇ ਪੈਰਾਂ ਦੇ ਨਿਸ਼ਾਨ ਸਨ, ਉਹ ਉਹਨਾਂ ਦੀਆਂ ਅੱਖਾਂ ਤੋਂ ਅਲੋਪ ਹੁੰਦੇ ਗਏ। The explanation of the mystery was really simple enough. ਜੋ ਇਹ ਰਹੱਸ ਸੀ, ਇਸ ਵਿਆਖਿਆ ਸੀ, ਐਕਸਪਲੇਨੇਸ਼ਨ ਸੀ ਇਸ ਰਹੱਸ ਦੀ। ਮਾਈਸਟਰੀ ਕੀ ਹੁੰਦਾ? Something that is difficult to understand or explain. Was really simple enough. ਕਾਫੀ ਸਿੰਪਲ ਸੀ। The bewildered boys had been following a scientist who had just discovered how to make the human body transparent. ਇਹ ਜੋ ਘਬਰਾਏ ਹੋਏ ਲੜਕੇ ਸਨ, puzzled boys ਸਨ, ਘਬਰਾਏ ਹੋਏ ਲੜਕੇ ਸਨ, ਇਹ ਇੱਕ ਸਾਇੰਟਿਸਟ ਦਾ ਪਿੱਛਾ ਕਰ ਰਹੇ ਸਨ who had just discovered, ਜਿਸਨੇ ਹੁਣੇ ਹੀ ਖੋਜ ਕੀਤੀ ਸੀ how to make the human body transparent, ਕਿ ਇੱਕ ਹਿਊਮਨ ਬੋਡੀ ਨੂੰ ਟਰਾਂਸਪੇਰੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ। Griffin, the scientist, had carried out experiment after experiment to prove that the human body could become invisible. ਇੱਕ ਸਾਇੰਟਿਸਟ ਸੀ ਜੋ ਗ੍ਰਿਫਨ, ਉਹ ਕੀ ਹੈ? ਐਕਸਪੈਰੀਮੈਂਟ ਤੋਂ ਬਾਅਦ ਅੱਗੇ ਐਕਸਪੈਰੀਮੈਂਟ ਕਰ ਰਿਹਾ ਸੀ ਇਹ ਸਿੱਧ ਕਰਨ ਦੇ ਲਈ ਕਿ ਹਿਊਮਨ ਬੋਡੀ ਨੂੰ ਇਨਵਿਜ਼ੀਬਲ ਕੀਤਾ ਜਾ ਸਕਦਾ ਸੀ, ਅਦ੍ਰਿਸ਼ ਕੀਤਾ ਜਾ ਸਕਦਾ ਸੀ। Finally, he swallowed certain rare drugs and his body became as transparent as a sheet of glass. ਅਖੀਰ ਵਿੱਚ ਉਸਨੇ ਇੱਕ ਦੁਰਲਭ ਦਵਾਈ ਨੂੰ ਕੀ ਹੈ? ਨਿਗਲ ਲਿਆ ਅਤੇ ਉਸਦਾ ਸਰੀਰ ਸੀ, ਜੋ ਉਸਦੀ ਬੋਡੀ ਸੀ, ਇਸ ਤਰ੍ਹਾਂ ਟਰਾਂਸਪੇਰੈਂਟ ਬਣ ਗਈ ਜਿਸ ਤਰ੍ਹਾਂ ਇੱਕ ਕੱਚ ਦੀ ਚਾਦਰ ਹੋਵੇ।
though it also remained as solid as glass। ਭਾਵੇਂ ਕਿ ਇਹ ਉਸ ਤਰ੍ਹਾਂ solid ਵੀ ਰਹੀ ਜਿਵੇਂ ਇੱਕ ਸ਼ੀਸ਼ਾ ਹੁੰਦਾ ਹੈ solid ਹੁੰਦਾ ਹੈ, ਉਸ ਦੀ ਬੋਡੀ solid ਤਾਂ ਰਹੀ ਪਰ ਹੁਣ ਉਹ ਕਿਸੇ ਨੂੰ ਦਿਸਦਾ ਨਹੀਂ ਸੀ। ਬ੍ਰਿਲੀਅੰਟ ਸਾਇੰਟਿਸਟ ਦੋ ਹੀ ਵਾਸ, ਭਾਵੇਂ ਦੀ ਉਹ ਕੀ ਹੈ ਬਹੁਤ ਹੀ ਇੱਕ ਬ੍ਰਿਲੀਅੰਟ ਸਾਇੰਟਿਸਟ ਸੀ, ਯੋਗ ਸਾਇੰਸਦਾਨ ਸੀ। ਗ੍ਰਿਫਨ ਵਾਸ ਰਾਦਰ ਆ ਲਾਲੈਸ ਪਰਸਨ, ਗ੍ਰਿਫਨ ਇੱਕ ਕਾਨੂੰਨ ਤੋੜਨ ਵਾਲਾ ਵਿਅਕਤੀ ਸੀ। ਹਿਸ ਲੈਂਡਲॉर्ड ਡਿਸਲਾਈਕਡ ਹਿਮ, ਉਸਦਾ ਜੋ ਲੈਂਡਲॉर्ड ਸੀ, ਮਕਾਨ ਮਾਲਕ ਸੀ, ਉਸਨੂੰ ਨਾਪਸੰਦ ਕਰਦਾ ਸੀ। ਐਂਡ ਟਰਾਈਡ ਟੂ eject ਹਿਮ, ਅਤੇ ਉਸਨੂੰ ਕੀ ਹੈ ਮਕਾਨ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਸੀ। ਇਨ ਰਿਵੈਂਜ ਗ੍ਰਿਫਨ ਸੈਟ ਫਾਇਰ ਟੂ ਦਾ ਹਾਊਸ, ਬਦਲਾ ਲੈਣ ਦੇ ਲਈ ਗੁੱਸੇ ਵਿੱਚ ਕੀ ਕੀਤਾ ਗ੍ਰਿਫਨ ਨੇ ਉਸਦੇ ਮਕਾਨ ਨੂੰ ਹੀ ਅੱਗ ਲਗਾ ਦਿੱਤੀ। ਟੂ ਗੈਟ ਅਵੇ ਵਿਦਆਊਟ ਬੀਇੰਗ ਸੀਨ ਹੀ ਹੈਡ ਟੂ ਰਿਮੂਵ ਹਿਸ ਕਲੌਥਸ, ਉੱਥੋਂ ਬਿਨਾਂ ਦਿਸੇ ਬਚ ਕੇ ਨਿਕਲਣ ਦੇ ਲਈ ਉਸਨੂੰ ਆਪਣੇ ਕੱਪੜੇ ਉਤਾਰਨੇ ਪਏ। Thus it was that he became a homeless wanderer, ਅਤੇ ਇਸ ਤਰ੍ਹਾਂ ਹੋ ਗਈ ਹੈ ਇੱਕ ਬਿਨਾਂ ਘਰ ਤੋਂ ਘੁਮੱਕੜ ਬਣ ਗਿਆ। ਵਿਦਆਊਟ ਕਲੌਥਸ, ਬਿਨਾਂ ਕੱਪੜਿਆਂ ਤੋਂ, ਵਿਦਆਊਟ ਮਨੀ, ਬਿਨਾਂ ਪੈਸੇ ਤੋਂ, ਐਂਡ ਕੁਆਇਟ ਇਨਵਿਜ਼ੀਬਲ, ਅਤੇ ਪੂਰੀ ਤਰ੍ਹਾਂ ਅਦ੍ਰਿਸ਼। until he happened to step in some mud, ਜਦ ਤੱਕ ਕਿ ਉਸਦੇ ਕਦਮ ਇੱਕ ਗਾਰੇ ਦੇ ਵਿੱਚ, ਇੱਕ ਚਿੱਕੜ ਦੇ ਵਿੱਚ ਨਾ ਪੈ ਗਏ। and left footprints as he walked, ਅਤੇ ਉਸਦੇ ਪੈਰਾਂ ਦੇ ਨਿਸ਼ਾਨ ਕੀ ਹੈ ਜੋ ਚਿੱਕੜ ਨਾਲ ਲਿਬੜੇ ਹੋਏ ਉਸਦੇ ਪੈਰ ਸਨ, ਉਹ ਨਿਸ਼ਾਨ ਛੱਡ ਰਹੇ ਸਨ ਜਿਵੇਂ ਜਿਵੇਂ ਗ੍ਰਿਫਨ ਅੱਗੇ ਚੱਲ ਰਿਹਾ ਸੀ। He escaped easily enough from the boys who followed his footprints in London, ਉਹ ਬੜੀ ਹੀ ਆਸਾਨੀ ਨਾਲ ਉਹਨਾਂ ਲੜਕਿਆਂ ਤੋਂ ਬਚ ਕੇ ਅੱਗੇ ਨਿਕਲ ਗਿਆ ਜੋ ਲੰਡਨ ਦੇ ਵਿੱਚ ਉਸਦਾ ਪਿੱਛਾ ਕਰ ਰਹੇ ਸਨ। But his adventures were by no means over, ਪਰ ਉਸਦੇ ਜੋ ਕਾਰਨਾਮੇ ਸਨ ਉਹ ਹਾਲੇ ਖਤਮ ਨਹੀਂ ਹੋਏ ਸਨ। He had chosen a bad time of the year to wander about London without clothes, ਉਸਨੇ ਇੱਕ ਬੜਾ ਹੀ ਗਲਤ ਟਾਈਮ ਚੁਣ ਲਿਆ ਸੀ, ਸਾਲ ਦਾ ਬੜਾ ਹੀ ਗਲਤ ਟਾਈਮ ਚੁਣ ਲਿਆ ਸੀ ਲੰਡਨ ਦੀਆਂ ਗਲੀਆਂ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਘੁੰਮਣ ਦੇ ਲਈ। ਇਟ ਵਾਜ਼ ਮਿਡ ਵਿੰਟਰ, ਇਹ ਕੀ ਹੈ ਸਰਦੀਆਂ ਦੇ ਵਿਚਕਾਰ ਦਾ ਸਮਾਂ ਸੀ। ਦਾ ਏਅਰ ਵਾਜ਼ ਬਿਟਰਲੀ ਕੋਲਡ, ਹਵਾ ਬਹੁਤ ਹੀ ਜ਼ਿਆਦਾ ਠੰਡੀ ਸੀ। ਐਂਡ ਹੀ ਕੁਡ ਨਾਟ ਡੂ ਵਿਦਆਊਟ ਕਲੌਥ, ਅਤੇ ਉਹ ਬਿਨਾਂ ਕੱਪੜਿਆਂ ਤੋਂ ਕੁਝ ਵੀ ਨਹੀਂ ਕਰ ਸਕਦਾ ਸੀ। ਇੰਸਟੈਡ ਆਫ ਵਾਕਿੰਗ ਅਬਾਊਟ ਦਾ ਸਟਰੀਟਸ ਹੀ ਡਿਸਾਈਡਡ ਟੂ ਸਲਿਪ ਇਨਟੂ ਅ ਬਿਗ ਲੰਡਨ ਸਟੋਰ ਫॉर ਵਾਰਮਥ, ਹੁਣ ਗਲੀਆਂ ਦੇ ਵਿੱਚ ਘੁੰਮਣ ਦੇ ਨਾਲੋਂ ਉਸਨੇ ਕੀ ਡਿਸਾਈਡ ਕੀਤਾ ਕਿ ਮੈਂ ਕਿਸੇ ਵੱਡੇ ਲੰਡਨ ਦੇ ਸਟੋਰ ਦੇ ਵਿੱਚ ਗਰਮਾਇਸ਼ ਪ੍ਰਾਪਤ ਕਰਨ ਦੇ ਲਈ ਐਂਟਰ ਕਰ ਜਾਵਾਂ। ਕਲੋਜ਼ਿੰਗ ਟਾਈਮ ਅਰਾਈਵਡ, ਉਹ ਜੋ ਲੰਡਨ ਦਾ ਸਟੋਰ ਸੀ, ਇੱਕ ਵੱਡਾ ਸਟੋਰ ਸੀ, ਉਸਦੇ ਕਲੋਜ਼ ਹੋਣ ਦਾ ਟਾਈਮ ਹੋ ਗਿਆ ਸੀ। ਐਂਡ ਐਜ਼ ਸੂਨ ਐਜ਼ ਦਾ ਡੋਰਸ ਵਰ ਸ਼ਟ, ਜਿਉਂ ਹੀ ਦਰਵਾਜ਼ੇ ਬੰਦ ਕੀਤੇ ਗਏ, ਗ੍ਰਿਫਨ ਵਾਜ਼ ਏਬਲ ਟੂ ਗਿਵ ਹਿਮਸੈਲਫ ਦਾ ਪਲੇਜ਼ਰ ਆਫ ਕਲੋਥਿੰਗ, ਗ੍ਰਿਫਨ ਹੁਣ ਯੋਗ ਹੋ ਗਿਆ ਆਪਣੇ ਆਪ ਨੂੰ ਇੱਕ ਖੁਸ਼ੀ ਦੇਣ ਦੇ ਲਈ, ਪਲੇਜ਼ਰ ਦੇਣ ਦੇ ਲਈ, ਕੱਪੜੇ ਪਹਿਨਣ ਦੀ। ਐਂਡ ਫੀਡਿੰਗ ਹਿਮਸੈਲਫ, ਅਤੇ ਆਪਣੇ ਆਪ ਨੂੰ ਭੋਜਨ ਦੇਣ ਦੇ ਲਈ। ਵਿਦਆਊਟ ਰਿਗਾਰਡ ਟੂ ਐਕਸਪੈਂਸ, ਬਿਨਾਂ ਕੋਈ ਖਰਚਾ ਕੀਤੇ, ਕਿਉਂਕਿ ਉਹ ਕੀ ਹੈ ਉਸ ਲੰਡਨ ਦੇ ਸਟੋਰ ਦੇ ਵਿੱਚ ਦਾਖਲ ਹੋ ਚੁੱਕਾ ਸੀ, ਉੱਥੇ ਉਸਨੇ ਕੱਪੜੇ ਵੀ ਪਹਿਨ ਲਏ ਅਤੇ ਖਾਣ ਦੇ ਲਈ ਵੀ ਉੱਥੋਂ ਕੁਝ ਪ੍ਰਾਪਤ ਕਰ ਲਿਆ ਬਿਨਾਂ ਕੁਝ ਖਰਚ ਕੀਤੇ। ਹੀ ਬ੍ਰੋਕ ਓਪਨ ਬਾਕਸਸ ਐਂਡ ਰੈਪਰਸ, ਉਸਨੇ ਬਾਕਸਸ ਉੱਥੇ ਖੋਲੇ, ਰੈਪਰਸ ਉਤਾਰੇ। ਐਂਡ ਫਿਟਡ ਹਿਮਸੈਲਫ ਆਊਟ ਵਿਦ ਵਾਰਮ ਕਲੌਥਸ, ਅਤੇ ਆਪਣੇ ਆਪ ਨੂੰ ਗਰਮ ਕੱਪੜੇ ਉਸਨੇ ਪਹਿਨਾ ਲਏ। ਸੂਨ ਵਿਦ ਸ਼ੂਜ਼, ਜਲਦੀ ਹੀ ਉਸਨੇ ਬੂਟ ਵੀ ਪਹਿਨ ਲਏ। ਐਨ ਓਵਰਕੋਟ, ਇੱਕ ਓਵਰਕੋਟ ਪਹਿਨ ਲਿਆ। ਐਂਡ ਅ ਵਾਈਡ ਬ੍ਰਿਮਡ ਹੈਟ, ਅਤੇ ਇੱਕ ਵੱਡੀ ਕੰਨੀ ਵਾਲਾ ਹੈਟ ਵੀ ਪਹਿਨ ਲਿਆ। ਹੀ ਬਿਕੇਮ ਐਜ਼ ਫੁਲੀ ਡਰੈਸਡ ਐਂਡ ਵਿਜ਼ੀਬਲ ਪਰਸਨ, ਉਹ ਕੀ ਇੱਕ ਪੂਰੀ ਤਰ੍ਹਾਂ ਡਰੈਸਡ ਅਪ ਅਤੇ ਦਿਸਦਾ ਹੋਇਆ ਇਨਸਾਨ, ਵਿਜ਼ੀਬਲ ਪਰਸਨ ਉਹ ਹੁਣ ਬਣ ਚੁੱਕਾ ਸੀ। ਇਨ ਦਾ ਕਿਚਨ ਆਫ ਦਾ ਰੈਸਟੋਰੈਂਟ ਹੀ ਫਾਊਂਡ ਕੋਲਡ ਮੀਟ ਐਂਡ ਕਾਫੀ, ਉਸ ਰੈਸਟੋਰੈਂਟ ਦੇ ਉਸਦੇ ਵਿੱਚ ਇੱਕ ਰੈਸਟੋਰੈਂਟ ਵੀ ਸੀ, ਉਸਦੇ ਵਿੱਚ ਉਸਨੇ ਕੀ ਕੀਤਾ ਕੋਲਡ ਮੀਟ ਲੱਭ ਲਿਆ ਖਾਣ ਦੇ ਲਈ, ਅਤੇ ਕਾਫੀ ਪੀਣ ਦੇ ਲਈ ਉਸਨੇ ਲੱਭ ਲਈ। ਐਂਡ ਹੀ ਫਾਲੋਡ ਅਪ ਦਾ ਮੀਲ ਵਿਦ ਸਵੀਟਸ, ਭੋਜਨ ਕਰਨ ਤੋਂ ਬਾਅਦ ਉਸਨੇ ਸਵੀਟਸ ਵੀ ਖਾਧੀਆਂ। ਐਂਡ ਵਾਈਨ ਟੇਕਨ ਫਰੋਮ ਦਾ ਗਰੋਸਰੀ, ਅਤੇ ਵਾਈਨ ਵੀ ਪੀਤੀ ਜੋ ਉਸਨੂੰ ਗਰੋਸਰੀ ਦੇ ਵਿੱਚੋਂ ਹੀ ਮਿਲੀ, ਗਰੋਸਰੀ ਸਟੋਰ ਦੇ ਵਿੱਚੋਂ ਮਿਲੀ। Finally he settled down to sleep on a pile of quoits, ਅਖੀਰ ਵਿੱਚ ਉਹ ਕੀ ਹੈ ਇੱਕ ਗੱਦਿਆਂ ਦੇ ਢੇਰ ਦੇ ਉੱਪਰ ਲੇਟ ਜਾਂਦਾ ਹੈ। If only Griffin, ਜੇਕਰ ਕੇਵਲ ਗ੍ਰਿਫਨ had managed to walk up in good time all might have been well, ਜੇਕਰ ਗ੍ਰਿਫਨ ਕੀ ਹੈ
ਸਹੀ ਟਾਈਮ ਉੱਪਰ ਜਾਗ ਜਾਂਦਾ, ਸੁਬਾਹ ਜੇਕਰ ਉਹ ਸਹੀ ਟਾਈਮ ਉੱਪਰ ਜਾਗ ਜਾਂਦਾ ਤਾਂ ਕੁਝ ਵੀ ਗਲਤ ਨਹੀਂ ਹੋਣਾ ਸੀ, ਸਭ ਕੁਝ ਠੀਕ ਹੋਣਾ ਸੀ। ਕਿਉਂਕਿ ਰਾਤ ਨੂੰ ਉਹ ਕੀ ਹੈ, ਆਪਣੇ ਕੱਪੜੇ ਪਹਿਨ ਕੇ, ਭੋਜਨ ਖਾ ਕੇ, ਉਹ ਕੀ ਹੈ, ਮੀਟ ਵਗੈਰਾ ਖਾ ਕੇ ਅਤੇ ਵਾਈਨ ਪੀ ਕੇ, ਉਸ ਤੋਂ ਬਾਅਦ ਸਵੀਟਸ ਵਗੈਰਾ ਖਾ ਕੇ ਉਹ ਸੌਂ ਜਾਂਦਾ ਹੈ ਅਤੇ ਸੁਬਾਹ ਤੱਕ ਉਹ ਜਲਦੀ ਨਹੀਂ ਜਾਗਦਾ। ਬਿਲਕੁਲ ਠੀਕ ਹੋ ਜਾਣਾ ਸੀ, ਸਭ ਕੁਝ ਠੀਕ ਹੋ ਜਾਣਾ ਸੀ, ਕਿਸੇ ਨੂੰ ਵੀ ਪਤਾ ਲਈ ਨਹੀਂ ਲੱਗਣਾ ਸੀ ਜੇਕਰ ਉਹ ਸੁਬਾਹ ਜਲਦੀ ਜਾਗ ਜਾਂਦਾ। As it was, he did not wake up until the assistants were already arriving next morning. ਉਹ ਕੀ ਹੈ, ਉਦੋਂ ਤੱਕ ਨਹੀਂ ਜਾਗਿਆ ਸੀ ਕਿ ਜਦ ਅਸਿਸਟੈਂਟ ਸਨ, ਜੋ ਉਸ ਸਟੋਰ ਦੇ ਸਹਾਇਕ ਸਨ, ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। When he saw a couple of them, ਜਦ ਉਸਨੇ ਇੱਕ ਜੋੜੇ ਨੂੰ ਵੇਖਿਆ, ਉਸ ਗਰੋਸਰੀ ਸਟੋਰ ਦੇ ਵੱਲ ਆਉਂਦਿਆਂ ਨੂੰ ਦੇਖਿਆ, ਉਸਨੇ ਦੋ ਵਿਅਕਤੀਆਂ ਨੂੰ ਦੇਖਿਆ, ਅਪਰੋਚਿੰਗ, he panically and began to run. ਉਹ ਕੀ ਹੈ, ਬਹੁਤ ਜ਼ਿਆਦਾ ਡਰ ਜਾਂਦਾ ਹੈ ਅਤੇ ਉਸਨੇ ਦੌੜਨਾ ਸਟਾਰਟ ਕਰ ਦਿੱਤਾ। They naturally gave chase. ਉਹਨਾਂ ਨੇ ਕੀ ਹੈ, ਉਸਦਾ ਪਿੱਛਾ ਕੀਤਾ, ਕਿਉਂਕਿ ਇਹ ਨੈਚੁਰਲੀ ਹੀ ਸੀ ਕਿ ਜਦ ਇੱਕ ਚੋਰ ਵਿਅਕਤੀ ਉਹਨਾਂ ਦੇ ਸਟੋਰ ਦੇ ਵਿੱਚੋਂ ਨਿਕਲ ਕੇ ਦੌੜ ਰਿਹਾ ਸੀ ਤਾਂ ਉਹਨਾਂ ਵਿਅਕਤੀਆਂ ਨੇ ਉਸਦਾ ਪਿੱਛਾ ਕੀਤਾ। In the end, he was able to escape only by quickly taking off his newly found clothes. ਉਹ ਆਖਿਰ ਵਿੱਚ ਬਚਣ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਗਿਆ, ਕਿਉਂਕਿ ਉਸਨੇ ਜਲਦੀ ਨਾਲ, ਗ੍ਰਿਫਨ ਨੇ ਜਲਦੀ ਨਾਲ ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ। ਸੋ ਵਨਸ ਮੋਰ ਹੀ ਫਾਊਂਡ ਹਿਮਸੈਲਫ ਇਨਵਿਜ਼ੀਬਲ। ਇੱਕ ਵਾਰ ਫੇਰ ਉਹ ਇਨਵਿਜ਼ੀਬਲ ਹੋ ਜਾਂਦਾ ਹੈ, ਬਟ ਨੇਕਡ, ਪਰ ਬਿਲਕੁਲ ਕੀ ਹੈ, ਕੱਪੜਿਆਂ ਤੋਂ ਬਿਨਾ। ਨੇਕਡ ਕੀ ਹੁੰਦਾ, ਵਿਦਆਊਟ ਕਲੌਥਸ, ਇਨ ਦਾ ਚਿਲ ਜਨਵਰੀ ਏਅਰ। ਬੜੀ ਹੀ ਠੰਡੀ ਕੋਲਡ ਜਨਵਰੀ ਦੀ ਹਵਾ ਦੇ ਵਿੱਚ ਉਹ ਕੀ ਹੈ, ਬਿਲਕੁਲ ਕੱਪੜਿਆਂ ਤੋਂ ਹੁਣ ਬਿਨਾ ਹੁੰਦਾ ਹੈ। This time he decided to try the stock of a theatrical company in the hope of finding not only clothes but also something that would hide the empty space above his shoulder. ਹੁਣ ਉਸਨੇ ਕੀ ਡਿਸਾਈਡ ਕੀਤਾ ਕਿ ਕਿ ਉਹ ਕੀ ਕੋਸ਼ਿਸ਼ ਕਰੇ, ਇੱਕ ਸਟਾਕ ਕੀ ਹੈ, ਪ੍ਰੋਸ ਲਾਈਕ ਆਰਟੀਫਿਸ਼ਲ ਮਸਟੈਚਸ ਯੂਜ਼ਡ ਬਾਈ ਐਕਟਰਸ, ਕਿ ਇੱਕ ਥੀਏਟਰੀਕਲ, ਇੱਕ ਕੋਈ ਡਰਾਮਾ ਕੰਪਨੀ ਦੇ ਕਿਸੇ ਸਟਾਕ ਨੂੰ ਉਸਨੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ, ਡਿਸਾਈਡ ਕੀਤਾ। ਕੰਪਨੀ ਇਨ ਦਾ ਹੋਪ ਆਫ ਫਾਈਂਡਿੰਗ ਨਾਟ ਓਨਲੀ ਕਲੌਥਸ, ਜਿੱਥੋਂ ਕਿ ਉਸਨੂੰ ਕੇਵਲ ਕੱਪੜੇ ਮਿਲਣ ਦੀ ਹੀ ਆਸ ਨਹੀਂ ਸੀ, ਬਟ ਆਲਸੋ ਸਮਥਿੰਗ ਦੈਟ ਵੁੱਡ ਹਾਈਡ ਦਾ ਐਮਪਟੀ ਸਪੇਸ। ਉਸਨੂੰ ਉੱਥੋਂ ਉਹ ਸਮਾਨ ਮਿਲਣ ਦੀ ਵੀ ਆਸ ਸੀ ਜੋ ਕਿ ਹੈ ਉਸਦਾ ਐਮਪਟੀ ਸਪੇਸ, ਜੋ ਕਿ ਉਸਦੇ ਮੋਢਿਆਂ ਤੋਂ ਉੱਪਰ ਦਾ ਐਮਪਟੀ ਸਪੇਸ ਸੀ, ਉਸਦਾ ਚਿਹਰਾ ਵਗੈਰਾ, ਨੋਜ਼ ਵਗੈਰਾ, ਉਹ ਉਸਨੂੰ ਛੁਪਾਉਣ ਦੇ ਲਈ ਵੀ ਕੁਝ ਸਮਾਨ ਉਸਨੂੰ ਇੱਥੋਂ ਥੀਏਟਰੀਕਲ ਕੰਪਨੀ ਦੇ ਇਸ ਕੰਪਨੀ ਦੇ ਵਿੱਚੋਂ ਉਸਨੂੰ ਮਿਲਣ ਦੀ ਆਸ ਸੀ। ਸ਼ਿਵਰਿੰਗ ਵਿਦ ਕੋਲਡ ਹੀ ਹਰੀਡ ਟੂ ਡਰਰੀ ਲੇਨ। ਠੰਡ ਨਾਲ ਉਹ ਕੰਬ ਰਿਹਾ ਸੀ ਅਤੇ ਡਰਰੀ ਲੇਨ ਦੇ ਵੱਲ ਨੂੰ ਉਹ ਜਾ ਰਿਹਾ ਸੀ। ਦ ਸੈਂਟਰ ਆਫ ਦਾ ਥੀਏਟਰ ਵਰਲਡ, ਜੋ ਕਿ ਹੈ ਇੱਕ ਕੇਂਦਰ ਸੀ, ਥੀਏਟਰ ਵਰਲਡ ਦਾ ਕੇਂਦਰ ਸੀ। ਡਰਰੀ ਲੇਨ ਇੱਕ ਜਗ੍ਹਾ ਦਾ ਨਾਮ ਹੈ ਜੋ ਕਿ ਹੈ ਕੇਂਦਰ ਸੀ ਥੀਏਟਰ ਵਰਲਡ ਦਾ, ਉਧਰ ਨੂੰ ਉਹ ਜਾ ਰਿਹਾ ਸੀ। ਹੀ ਸੂਨ ਫਾਊਂਡ ਏ ਸੂਟੇਬਲ ਸ਼ਾਪ। ਜਲਦੀ ਹੀ ਉਸਨੇ ਇੱਕ ਸੂਟੇਬਲ, ਢੁਕਵੀਂ ਉਸਨੇ ਸ਼ਾਪ ਲੱਭ ਲਈ। ਹੀ ਮੇਡ ਹਿਜ਼ ਵੇ invisible upstairs and came out a little later wearing bandages around his forehead. ਉਹ ਕੀ ਹੈ, ਬਿਲਕੁਲ ਇਨਵਿਜ਼ੀਬਲ ਹੋ ਕੇ ਅਪਸਟੇਅਰਸ, ਪੌੜੀਆਂ ਚੜ੍ਹਦਾ ਹੈ, ਐਂਡ ਕੇਮ ਆਊਟ ਅ ਲਿਟਲ ਲੇਟਰ, ਕੁਝ ਸਮੇਂ ਬਾਅਦ ਉਹ ਵਾਪਸ ਆਉਂਦਾ ਹੈ। ਵੀਰਿੰਗ ਬੈਂਡੇਜਸ, ਉਸਨੇ ਪੱਟੀਆਂ ਪਹਿਨੀਆਂ ਹੋਈਆਂ ਸਨ। ਅਰਾਊਂਡ ਹਿਸ ਫੋਰਹੈਡ, ਆਪਣੇ ਮੱਥੇ ਦੇ ਦੁਆਲੇ ਉਸਨੇ ਕੀ ਆ, ਕੁਝ ਪੱਟੀਆਂ ਪਹਿਨੀਆਂ ਹੋਈਆਂ ਸਨ। ਡਾਰਕ ਗਲਾਸਸ ਪਹਿਨੀਆਂ ਹੋਈਆਂ ਸਨ। ਫਾਲਸ ਨੋਜ਼, ਇੱਕ ਨਕਲੀ ਨੱਕ ਪਹਿਨਿਆ ਹੋਇਆ ਸੀ। ਬਿਗ ਬਸ਼ੀ ਸਾਈਡ ਵਿਸਕਰਸ, ਜੋ ਸਾਈਡ ਵਿਸਕਰਸ ਹੁੰਦੀਆਂ, ਮੁੱਛਾਂ ਵਗੈਰਾ ਉਸਨੇ ਨਕਲੀ ਲਗਾਈਆਂ ਹੋਈਆਂ ਸਨ। ਐਂਡ ਅ ਲਾਰਜ ਹੈਟ, ਅਤੇ ਇੱਕ ਵੱਡਾ ਹੈਟ ਪਹਿਨਿਆ ਹੋਇਆ ਸੀ। ਟੂ escape without being seen, he casually attacked the shopkeeper from behind. ਬਿਨਾਂ ਦਿਖੇ ਤੋਂ ਉੱਥੋਂ ਬਚ ਕੇ ਨਿਕਲ ਜਾਣ ਦੇ ਲਈ ਉਸਨੇ ਕੀ ਹੈ, ਬਿਨਾਂ ਕਿਸੇ ਤਰਸ ਕੀਤੇ ਸ਼ਾਪਕੀਪਰ ਦੇ ਉੱਤੇ ਪਿੱਛੋਂ ਦੀ ਅਟੈਕ ਕਰ ਦਿੱਤਾ। ਆਫਟਰ ਵਿਚ ਹੀ ਰੌਬਡ ਹਿਮ ਆਫ ਆਲ ਦਾ ਮਨੀ ਹੀ ਕੁਡ ਫਾਈਂਡ, ਜਿਸ ਤੋਂ ਕੀ ਹੈ, ਉਸਨੇ ਉਹ ਸਾਰੇ ਪੈਸੇ ਵੀ ਲੁੱਟ ਲਏ, ਜਿੰਨੇ ਵੀ ਉਹ ਪੈਸੇ ਉੱਥੋਂ ਲੱਭ ਸਕਦਾ ਸੀ, ਉਸਨੇ, ਗ੍ਰਿਫਨ ਨੇ ਉੱਥੋਂ ਲੁੱਟ ਲਏ। ਈਗਰ ਟੂ ਗੈਟ ਅਵੇ ਫਰੋਮ ਕਰਾਊਡਡ ਲੰਡਨ, ਉਹ ਕੀ ਇੱਛਾ ਸੀ ਉਸਦੀ ਕਿ ਕਰਾਊਡਡ ਲੰਡਨ ਦੇ ਵਿੱਚੋਂ ਕੀ ਹੈ,
ਉੱਥੋਂ ਚਲਾ ਜਾਵੇ ਐਂਡ ਟੁੱਕ ਅ ਟ੍ਰੇਨ ਟੂ ਦਾ ਵਿਲੇਜ ਆਫ ਇਪਿੰਗ। ਉਸਦੀ ਇਹ ਇੱਛਾ ਸੀ, ਉਹ ਇਸ ਗੱਲ ਦੇ ਲਈ ਉਤਸੁਕ ਸੀ ਕਿ ਉਹ ਭੀੜ ਭਾੜ ਵਾਲੇ ਲੰਡਨ ਚੋਂ ਚਲਾ ਜਾਵੇ। ਅਤੇ ਉਸਨੇ ਕੀ ਕੀਤਾ, ਇੱਕ ਟ੍ਰੇਨ ਲਈ ਟੂ ਦਾ ਵਿਲੇਜ ਆਫ ਇਪਿੰਗ, ਇਪਿੰਗ ਨਾਮ ਦੇ ਪਿੰਡ ਨੂੰ ਜਾਣ ਦੇ ਲਈ ਉਸਨੇ ਇੱਕ ਟ੍ਰੇਨ ਲਈ। ਵੇਅਰ ਹੀ ਬੁੱਕ ਟੂ ਰੂਮਸ ਐਟ ਅ ਲੋਕਲ ਇਨਨ, ਜਿੱਥੇ ਉਸਨੇ ਕੀ ਹੈ, 2 ਕਮਰੇ ਬੁੱਕ ਕਰਵਾਏ ਇੱਕ ਲੋਕਲ ਇਨਨ ਦੇ ਵਿੱਚ। ਇਨਨ ਅਸੀਂ ਕਿਸ ਨੂੰ ਕਹਿ ਦਿੰਦੇ ਹਾਂ, ਜਿੱਥੇ ਕੋਈ ਰਿਹਾਇਸ਼ ਦਾ ਪ੍ਰਬੰਧ ਹੋਵੇ, ਖਾਣੇ ਵਗੈਰਾ ਦਾ ਪ੍ਰਬੰਧ ਹੋਵੇ। ਇੱਕ ਹੋਟਲ ਵਗੈਰਾ ਨੂੰ ਵੀ ਅਸੀਂ ਇਨਨ ਕਹਿ ਦਿੰਦੇ ਹਾਂ। The arrival of a stranger at an inn in winter was in any case an unusual event। ਕਿਸੇ ਸਟ੍ਰੇਂਜਰ ਦਾ ਉਸ ਇਨਨ ਦੇ ਵਿੱਚ ਆਉਣਾ ਇੰਨੀ ਸਰਦੀ ਦੇ ਵਿੱਚ ਇੱਕ ਅਸਧਾਰਨ ਈਵੈਂਟ ਸੀ। A stranger of such uncommon appearance, ਇੱਕ ਸਟ੍ਰੇਂਜਰ ਜਿਸ ਦੀ ਬੜੀ ਹੀ ਅਸਧਾਰਨ ਅਪੀਅਰੈਂਸ ਸੀ, ਦੇਖਣ ਵਿੱਚ ਬੜਾ ਅਸਧਾਰਨ ਲੱਗਦਾ ਸੀ। Set all tongues wagging, ਸਾਰੇ ਲੋਕਾਂ ਨੂੰ ਉਸਨੇ ਕੀ ਆ, ਗੱਲਾਂ ਕਰਨ ਲਗਾ ਦਿੱਤਾ, ਕਿਉਂਕਿ ਸਾਰੇ ਲੋਕ ਹੁਣ ਇਸ ਸਟ੍ਰੇਂਜਰ ਬਾਰੇ ਹੀ ਗੱਲਾਂ ਕਰ ਰਹੇ ਸਨ। ਮਿਸਿਸ ਹਾਲ, ਦ ਲੈਂਡਲॉर्ड्स ਵਾਈਫ, ਮਿਸਿਸ ਹਾਲ ਜੋ ਮਕਾਨ ਮਾਲਕ ਦੀ ਪਤਨੀ ਸੀ, ਮੇਡ ਐਵਰੀ ਐਫਰਟ ਟੂ ਬੀ ਫ੍ਰੈਂਡਲੀ, ਗ੍ਰਿਫਨ ਦੇ ਨਾਲ ਉਸਨੇ ਦੋਸਤੀ ਕਰਨ ਦਾ ਹਰ ਇੱਕ ਯਤਨ ਕੀਤਾ। ਬਟ ਗ੍ਰਿਫਨ ਹੈਡ ਨੋ ਡਿਜ਼ਾਇਰ ਟੂ ਟਾਕ, ਪਰ ਗ੍ਰਿਫਨ ਦੀ ਕੋਈ ਵੀ ਇੱਛਾ ਨਹੀਂ ਸੀ ਉਸ ਔਰਤ ਨਾਲ ਗੱਲ ਕਰਨ ਦੀ। ਐਂਡ ਟੋਲਡ ਹਰ, ਅਤੇ ਉਸਨੂੰ ਕੀ ਕਿਹਾ, ਮਾਈ ਰੀਜ਼ਨ ਫॉर ਕਮਿੰਗ ਟੂ ਇਪਿੰਗ ਇਜ਼ ਅ ਡਿਜ਼ਾਇਰ ਆਫ ਸੋਲੀਟਿਊਡ, ਮੇਰੀ ਇੱਛਾ ਕੀ ਹੈ ਇਪਿੰਗ ਦੇ ਵਿੱਚ ਆਉਣ ਦੀ, ਸਿਰਫ ਇਕਾਂਤ, ਮੈਂ ਕੀ ਹੈ, ਸੋਲੀਟਿਊਡ ਚਾਹੁੰਦਾ ਹਾਂ, ਆਈਸੋਲੇਟ ਹੋਣਾ ਚਾਹੁੰਦਾ ਹਾਂ। ਆਈ ਡੋਂਟ ਵਿਸ਼ ਟੂ ਬੀ ਡਿਸਟਰਬਡ ਇਨ ਮਾਈ ਵਰਕ, ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਮੇਰੇ ਕੰਮ ਦੇ ਵਿੱਚ ਮੈਨੂੰ ਡਿਸਟਰਬ ਕਰੇ। ਬਿਸਾਈਡਸ, ਇਸ ਤੋਂ ਇਲਾਵਾ ਐਨ ਐਕਸੀਡੈਂਟ ਹੈਜ਼ ਅਫੈਕਟਡ ਮਾਈ ਫੇਸ, ਇਸ ਤੋਂ ਇਲਾਵਾ ਇੱਕ ਐਕਸੀਡੈਂਟ ਨੇ ਮੇਰਾ ਚਿਹਰਾ ਵੀ ਅਫੈਕਟਡ ਕਰ ਦਿੱਤਾ ਹੈ। Satisfied that her guest was an eccentric scientist, ਇਸ ਗੱਲ ਤੋਂ ਸੰਤੁਸ਼ਟ ਹੋ ਕੇ ਕਿ ਉਸਦਾ ਜੋ ਗੈਸਟ ਹੈ ਇੱਕ ਸਨਕੀ ਜਿਹਾ ਸਾਇੰਟਿਸਟ ਹੈ। ਐਂਡ ਇਨ ਵਿਊ ਆਫ ਦਾ ਫੈਕਟ that he had paid her in advance, ਅਤੇ ਮਿਸਿਸ ਹਾਲ ਨੂੰ ਇਹ ਗੱਲ ਵੀ ਮਿਸਿਸ ਹਾਲ ਦੇ ਮਨ ਵਿੱਚ ਸੀ ਕਿ ਇਸਨੇ ਪਹਿਲਾਂ ਹੀ ਉਸਨੂੰ ਐਡਵਾਂਸ ਵਿੱਚ ਪੈਸੇ ਦੇ ਦਿੱਤੇ ਹਨ। ਮਿਸਿਸ ਹਾਲ ਵਾਸ ਪ੍ਰਪੇਅਰਡ ਟੂ ਐਕਸਕਿਊਜ਼ ਹਿਸ ਸਟ੍ਰੇਂਜ ਹੈਬਿਟਸ, ਮਿਸਿਸ ਹਾਲ ਜੋ ਸੀ ਉਹ ਰਾਜੀ ਹੋ ਗਈ ਉਸ ਦੀਆਂ ਸਟ੍ਰੇਂਜ ਹੈਬਿਟਸ ਨੂੰ ਸਹਿਣ ਕਰਨ ਦੇ ਲਈ। ਐਂਡ ਇਰੀਟੇਬਲ ਟੈਂਪਰ, ਜੋ ਉਸਦਾ ਚਿੜਚਿੜਾ ਸੁਭਾਅ ਸੀ, ਸਭ ਕੁਝ ਉਹ ਰੈਸਿਸਟ ਕਰਨ ਦੇ ਲਈ, ਸਭ ਕੁਝ ਸਹਿਣ ਕਰਨ ਦੇ ਲਈ ਉਹ ਤਿਆਰ ਹੋ ਗਈ ਸੀ, ਕਿਉਂਕਿ ਮਿਸਿਸ ਹਾਲ ਨੂੰ ਉਸਨੇ ਐਡਵਾਂਸ ਵਿੱਚ ਹੀ ਸਭ ਪੈਸੇ ਵਗੈਰਾ ਦੇ ਦਿੱਤੇ ਸਨ। ਬਟ ਦਾ ਸਟੋਲਨ ਮਨੀ ਡਿਡ ਨਾਟ ਲਾਸਟ ਲੌਂਗ, ਪਰ ਇਹ ਜੋ ਚੁਰਾਏ ਹੋਏ ਪੈਸੇ ਸਨ ਜ਼ਿਆਦਾ ਲੰਮਾ ਸਮਾਂ ਨਾ ਚੱਲ ਸਕੇ। ਐਂਡ ਪ੍ਰੈਜ਼ੈਂਟਲੀ ਗ੍ਰਿਫਨ ਹੈਡ ਟੂ ਐਡਮਿਟ that he had no more ready cash, ਹੁਣ ਗ੍ਰਿਫਨ ਨੂੰ ਇਹ ਐਡਮਿਟ ਕਰਨਾ ਪਿਆ, ਇਹ ਸਵੀਕਾਰ ਕਰਨਾ ਪਿਆ ਕਿ ਉਸ ਕੋਲ ਕੋਈ ਕੈਸ਼ ਹੁਣ ਨਹੀਂ ਬਚਿਆ ਸੀ। ਹੀ ਪ੍ਰੀਟੈਂਡਡ, ਉਸਨੇ ਦਿਖਾਵਾ ਕੀਤਾ, however that he was expecting a check to arrive at any moment, ਕਿ ਉਹ ਆਸ ਕਰ ਰਿਹਾ ਸੀ, ਇੱਕ ਚੈੱਕ ਨੂੰ ਉਡੀਕ ਰਿਹਾ ਸੀ ਜੋ ਕਿ ਕਿਸੇ ਵੀ ਸਮੇਂ ਉਸਦੇ ਕੋਲ ਆ ਸਕਦਾ ਸੀ। Shortly afterwards a curious episode occurred, ਉਸ ਤੋਂ ਕੁਝ ਸਮਾਂ ਬਾਅਦ ਹੀ ਇੱਕ ਇਹੋ ਜਿਹੀ ਘਟਨਾ ਵਾਪਰੀ। Very early in the morning a clergyman and his wife were awakened by noises in the study, ਉਸ ਸਵੇਰ ਬੜੀ ਜਲਦੀ ਹੀ ਇੱਕ ਕਲਰਗੀਮੈਨ, ਕਿਸ ਨੂੰ ਕਹਿੰਦੇ ਹਾਂ, ਪਾਦਰੀ ਨੂੰ ਅਸੀਂ ਕਹਿ ਦਿੰਦੇ ਹਾਂ ਚਰਚ ਵਿੱਚ ਜੋ ਹੁੰਦੇ ਹਨ, ਐਂਡ ਹਿਜ਼ ਵਾਈਫ ਵਰ ਅਵੇਕਨ, ਅਤੇ ਉਸਦੀ ਪਤਨੀ ਜਾਗ ਗਏ ਸਨ, ਬਾਈ ਨੋਇਜ਼ਸ ਇਨ ਦਾ ਸਟੱਡੀ, ਉਹਨਾਂ ਦੀ ਸਟੱਡੀ ਰੂਮ ਦੇ ਵਿੱਚ ਕੀ ਹੈ, ਕੁਝ ਆਵਾਜ਼ ਆ ਰਹੀ ਸੀ ਅਤੇ ਉਸ ਆਵਾਜ਼ ਦੇ ਕਰਕੇ ਉਹ ਪਾਦਰੀ ਅਤੇ ਉਸਦੀ ਵਾਈਫ ਜਾਗ ਚੁੱਕੇ ਸਨ। ਕ੍ਰੀਪਿੰਗ ਡਾਊਨਸਟੇਅਰਸ, ਪੌੜੀਆਂ ਤੋਂ ਹੇਠਾਂ ਆਉਂਦੇ ਹੋਏ, ਦੇ ਹਰਡ ਦਾ ਚਿੰਕ ਆਫ ਮਨੀ, ਉਹਨਾਂ ਨੂੰ ਪੈਸਿਆਂ ਦੀ ਕੁਝ ਆਵਾਜ਼ ਸੁਣੀ। ਬੀਇੰਗ ਟੇਕਨ ਫਰੋਮ ਦਾ ਕਲਰਗੀਮੈਨਸ ਡੈਸਕ, ਜੋ ਕਿ ਸ਼ਾਇਦ ਕੱਢੇ ਜਾ ਰਹੇ ਸਨ, ਪੈਸੇ ਕੱਢੇ ਜਾ ਰਹੇ ਸਨ ਉਸ ਪਾਦਰੀ ਦੇ ਡੈਸਕ ਦੇ ਵਿੱਚੋਂ। ਵਿਦਆਊਟ ਮੇਕਿੰਗ ਐਨੀ ਨੋਇਸ, ਬਿਨਾਂ ਕੋਈ ਆਵਾਜ਼ ਕੀਤੇ, ਐਂਡ ਵਿਦ ਦਾ ਪੋਕਰ, ਅਤੇ ਇੱਕ ਪੋਕਰ ਦੇ ਨਾਲ। ਪੋਕਰ ਕੀ ਹੁੰਦਾ ਹੈ, ਆ ਮੈਟਲ ਰੋਡ ਵਿਦ ਅ ਹੈਂਡਲ ਯੂਜ਼ਡ ਫॉर ਸਟੀਰਿੰਗ ਐਂਡ ਓਪਨ ਫਾਇਰ, ਇਸੇ ਇੱਕ ਮੈਟਲ ਦੀ ਰੋਡ ਨੂੰ ਅਸੀਂ ਪੋਕਰ ਕਹਿ ਦਿੰਦੇ ਹਾਂ, ਜਿਸ ਦੇ ਉੱਪਰ ਇੱਕ ਹੈਂਡਲ ਲੱਗਿਆ ਹੁੰਦਾ ਹੈ। ਅੱਗ ਨੂੰ ਹਿਲਾਉਣ ਦੇ ਲਈ ਇਸ ਨੂੰ ਖਾਸ ਤੌਰ ਤੇ ਯੂਜ਼ ਕੀਤਾ ਜਾਂਦਾ ਹੈ। ਵਿਦਆਊਟ ਮੇਕਿੰਗ ਐਨੀ ਨੋਇਜ਼ ਐਂਡ ਵਿਦ ਅ ਪੋਕਰ grasped firmly in his hand, the clergyman flung open the door, ਕਲਰਗੀਮੈਨ ਦੇ ਹੱਥ ਵਿੱਚ ਇੱਕ ਪੋਕਰ ਫੜਿਆ ਹੋਇਆ ਸੀ ਅਤੇ ਉਸਨੇ ਕੀ ਹੈ, ਝਟਕੇ ਦੇ ਨਾਲ ਦਰਵਾਜ਼ੇ ਨੂੰ
ਖੋਲ ਦਿੱਤਾ ਅਤੇ ਕੀ ਕਿਹਾ, ਸਰੈਂਡਰ, ਆਪਣੇ ਆਪ ਨੂੰ ਸਰੈਂਡਰ ਕਰ ਦਿਓ, ਮੇਰੇ ਹਵਾਲੇ ਕਰ ਦਿਓ। ਦੈਨ ਟੂ ਹਿਜ਼ ਅਮੇਜ਼ਮੈਂਟ, ਅਤੇ ਇਹ ਕਲਰਗੀਮੈਨ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਹੀ ਰਿਅਲਾਈਜ਼ਡ that the room appeared to be empty, ਉਸਨੇ ਕੀ ਵੇਖਿਆ ਕਿ ਜਿਸ ਕਮਰੇ ਦਾ ਉਸਨੇ ਦਰਵਾਜ਼ਾ ਖੋਲ੍ਹਿਆ ਹੈ ਉਹ ਤਾਂ ਬਿਲਕੁਲ ਖਾਲੀ ਸੀ। He and his wife looked under the desk, ਉਸਨੇ ਅਤੇ ਉਸਦੀ ਪਤਨੀ ਨੇ ਡੈਸਕ ਦੇ ਹੇਠਾਂ ਵੇਖਿਆ। And behind the curtains, ਪਰਦਿਆਂ ਦੇ ਪਿੱਛੇ ਵੇਖਿਆ। And even up the chimney, and ਅਤੇ ਚਿਮਨੀ ਦੇ ਉੱਪਰ ਵੀ ਵੇਖਿਆ। There was not a sign of anybody, ਕੋਈ ਵੀ ਉੱਥੇ ਨਹੀਂ ਸੀ। Yet the desk had been opened, ਫਿਰ ਵੀ ਜੋ ਡੈਸਕ ਸੀ ਉਹ ਖੁੱਲਾ ਸੀ। And the housekeeping money was missing, ਅਤੇ ਜੋ ਘਰ ਦੇ ਪੈਸੇ ਸਨ, ਘਰੇ ਰੱਖੇ ਹੋਏ ਸਨ ਜੋ ਪੈਸੇ, ਉਹ ਮਿਸ ਸਨ। Extraordinary affair, ਇਹ ਤਾਂ ਬੜੀ ਅਸਧਾਰਨ ਗੱਲ ਸੀ। The clergyman kept saying for the rest of the day, ਸਾਰਾ ਦਿਨ ਕਲਰਗੀਮੈਨ ਇਹੀ ਗੱਲ ਕਹਿੰਦੇ ਰਹੇ ਕਿ ਇਹ ਤਾਂ ਬੜੀ ਅਸਧਾਰਨ ਗੱਲ ਸੀ ਕਿ ਕੋਈ ਵਿਅਕਤੀ ਵੀ ਉੱਥੇ ਨਹੀਂ ਸਨ ਅਤੇ ਪੈਸੇ ਵੀ ਮਿਸਿੰਗ ਸਨ। But it was not as extraordinary as the behavior of Mrs. Hall's furniture a little later that morning, ਪਰ ਇਹ ਇੰਨਾ ਵੀ ਅਸਧਾਰਨ ਨਹੀਂ ਸੀ ਜਿੰਨਾ ਕਿ ਮਿਸਿਸ ਹਾਲ ਦੇ ਜੋ ਫਰਨੀਚਰ ਸੀ ਮਿਸਿਸ ਹਾਲ ਦਾ, ਉਸ ਦਾ ਬਿਹੇਵੀਅਰ ਉਸ ਤੋਂ ਵੀ ਜ਼ਿਆਦਾ ਅਸਧਾਰਨ ਸੀ ਉਸੇ ਸਵੇਰ ਥੋੜੀ ਦੇਰ ਬਾਅਦ, ਕਿਉਂਕਿ ਚੋਰੀ ਬਹੁਤ ਜਲਦੀ ਸਵੇਰ ਦੇ ਸਮੇਂ ਹੋਈ ਸੀ ਅਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਜਦ ਦਿਨ ਚੜ੍ਹਦਾ ਹੈ ਤਾਂ ਮਿਸਿਸ ਹਾਲ ਦੇ ਫਰਨੀਚਰ ਦਾ ਬਿਹੇਵੀਅਰ ਜਿਸ ਤਰ੍ਹਾਂ ਦਾ ਸੀ ਉਹ ਉਸ ਤੋਂ ਵੀ ਜ਼ਿਆਦਾ ਅਸਧਾਰਨ ਗੱਲ ਸੀ। The landlord and his wife were up very early. ਲੈਂਡਲੌਰਡ ਮਕਾਨ ਮਾਲਕ ਅਤੇ ਉਸਦੀ ਪਤਨੀ ਉਸ ਸਵੇਰ ਬੜੀ ਜਲਦੀ ਹੀ ਜਾਗ ਚੁੱਕੇ ਸਨ। ਐਂਡ ਵਰ ਸਰਪ੍ਰਾਈਜ਼ਡ ਟੂ ਸੀ ਦ ਸਾਇੰਟਿਸਟ ਡੋਰ ਵਾਈਡ ਓਪਨ, ਅਤੇ ਇਹ ਹੈਰਾਨ ਹੋ ਗਏ ਸਨ ਇਹ ਦੇਖ ਕੇ ਕਿ ਸਾਇੰਟਿਸਟ ਦਾ ਜੋ ਦਰਵਾਜ਼ਾ ਸੀ ਉਹ ਪੂਰੀ ਤਰ੍ਹਾਂ ਖੁੱਲਾ ਸੀ। ਯੂਜ਼ਲੀ ਇਟ ਵਾਜ਼ ਸ਼ਟ ਐਂਡ ਲੌਕਡ, ਅਕਸਰ ਇਹ ਕੀ ਸੀ, ਬੰਦ ਹੁੰਦਾ ਸੀ ਅਤੇ ਲੌਕ ਕੀਤਾ ਹੁੰਦਾ ਸੀ। ਐਂਡ ਹੀ ਵਾਜ਼ ਫਰੀਅਸ ਇਫ ਐਨੀਵਨ ਐਂਟਰਡ ਹਿਜ਼ ਰੂਮ, ਅਤੇ ਉਹ ਗੁੱਸੇ ਹੋ ਜਾਂਦਾ ਸੀ ਜੇਕਰ ਉਸਦੇ ਕਮਰੇ ਦੇ ਵਿੱਚ ਕੋਈ ਐਂਟਰ ਕਰਦਾ ਸੀ। The opportunity seemed too good to be missed, ਇਹਨਾਂ ਨੂੰ ਕੀ ਹੈ, ਲੈਂਡਲੌਰਡ ਨੂੰ ਅਤੇ ਉਸਦੀ ਵਾਈਫ ਨੂੰ ਇਹ ਬੜਾ ਮੌਕਾ ਵਧੀਆ ਲੱਗਿਆ ਕਿ ਇਸ ਨੂੰ ਉਹ ਮਿਸ ਨਹੀਂ ਕਰਨਾ ਚਾਹੁੰਦੇ ਸਨ ਅਤੇ ਇਨਵੈਸਟੀਗੇਟ ਕਰਨਾ ਚਾਹੁੰਦੇ ਸਨ ਕਿ ਕਮਰੇ ਦੇ ਵਿੱਚ ਕੀ ਹੈ। ਦੇ ਪੀਪਲ ਰਾਉਂਡ ਦਾ ਡੋਰ, ਉਹਨਾਂ ਨੇ ਕੀ ਹੈ, ਦਰਵਾਜ਼ੇ ਦੇ ਵਿੱਚੋਂ ਦੀ ਕੀ ਹੈ, ਝਾਤੀ ਮਾਰੀ। ਸੌ ਨੋ ਬੋਡੀ, ਕਮਰੇ ਦੇ ਵਿੱਚ ਉਹਨਾਂ ਨੂੰ ਕੋਈ ਵੀ ਨਾ ਦਿਸਿਆ। ਐਂਡ ਡਿਸਾਈਡਡ ਟੂ ਇਨਵੈਸਟੀਗੇਟ, ਅਤੇ ਉਹਨਾਂ ਨੇ ਕੀ ਹੈ, ਜਾਂਚ ਪੜਤਾਲ ਕਰਨ ਦੀ ਫੈਸਲਾ ਕੀਤਾ ਉਹਨਾਂ ਨੇ। ਦਾ ਬੈੱਡ ਕਲੌਥਸ ਵਰ ਕੋਲਡ, ਜੋ ਬੈੱਡ ਦੀ ਚਾਦਰ ਸੀ, ਬੈੱਡ ਦੇ ਕੱਪੜੇ ਸਨ, ਉਹ ਕੀ ਹੈ, ਬਿਲਕੁਲ ਠੰਡੇ ਸਨ। ਸ਼ੋਇੰਗ ਦੈਟ ਦ ਸਾਇੰਟਿਸਟ ਮਸਟ ਹੈਵ ਬੀਨ ਅਪ ਫॉर ਸਮ ਟਾਈਮ, ਇਹ ਗੱਲ ਕੀ ਸ਼ੋਅ ਕਰ ਰਹੀ ਸੀ ਕਿ ਸਾਇੰਟਿਸਟ ਉੱਥੋਂ ਕੁਝ ਸਮਾਂ ਪਹਿਲਾਂ ਚਲਾ ਗਿਆ ਸੀ ਕਿਉਂਕਿ ਬੈੱਡ ਦੇ ਜੋ ਕਲੌਥ ਸਨ ਉਹ ਬਿਲਕੁਲ ਠੰਡੇ ਸਨ। ਐਂਡ ਸਟ੍ਰੇਂਜਰ ਸਟਿਲ, ਅਤੇ ਇਸ ਤੋਂ ਵੀ ਅਸਧਾਰਨ ਗੱਲ ਹੋਰ ਕੀ ਸੀ, the cloths and bandages that he always wore were laying about the room, ਅਤੇ ਜੋ ਪੱਟੀਆਂ ਸਨ, ਬੈਂਡੇਜਸ ਸਨ, ਕਲੌਥ ਸਨ, ਕੱਪੜੇ ਸਨ ਜੋ ਉਹ ਹਮੇਸ਼ਾ ਪਹਿਨ ਕੇ ਰੱਖਦਾ ਸੀ, ਉਹ ਵੀ ਕੀ ਹੈ, ਕਮਰੇ ਦੇ ਵਿੱਚ ਹੀ ਪਏ ਸਨ। All of a sudden, ਅਚਾਨਕ ਮਿਸਿਸ ਹਾਲ ਹੀਅਰਡ ਅ ਸਨਿਫ close to her ear, ਅਚਾਨਕ ਮਿਸਿਸ ਹਾਲ ਨੇ ਇੱਕ ਸਾਹ ਲੈਣ ਦੀ ਆਵਾਜ਼ ਸੁਣੀ ਜੋ ਕਿ ਉਸਦੇ ਕੰਨ ਦੇ ਬਹੁਤ ਹੀ ਨੇੜੇ ਸੀ। A moment later the hat on the bed post, ਇੱਕ ਪਲ ਬਾਅਦ ਇੱਕ ਹੈਟ ਜੋ ਕਿ ਬੈੱਡ ਪੋਸਟ ਉੱਤੇ, ਬੈੱਡ ਦੇ ਇੱਕ ਸਾਈਡ ਉੱਤੇ ਇੱਕ ਪਾਵੇ ਦੇ ਉੱਪਰ ਇੱਕ ਹੈਟ ਜੋ ਟੰਗਿਆ ਹੋਇਆ ਸੀ, ਲੈਫਟ ਅਪ, ਉਛਲਿਆ। ਐਂਡ ਡਾਸਟ ਇਟਸੈਲਫ ਇਨਟੂ ਹਰ ਫੇਸ, ਅਤੇ ਮਿਸਿਸ ਹਾਲ ਦੇ ਚਿਹਰੇ ਦੇ ਉੱਪਰ ਆ ਕੇ ਉਹ ਲੱਗਿਆ। ਦੈਨ ਦਾ ਬੈਡਰੂਮ ਚੇਅਰ ਬਿਕੇਮ ਅਲਾਈਵ, ਉਸ ਤੋਂ ਬਾਅਦ ਜੋ ਬੈਡਰੂਮ ਦੇ ਵਿੱਚ ਚੇਅਰ ਸੀ ਉਸ ਦੇ ਵਿੱਚ ਵੀ ਜਿਸ ਤਰ੍ਹਾਂ ਜਾਨ ਹੀ ਆ ਗਈ ਹੋਵੇ, ਜਿੰਦਾ ਹੋ ਗਈ ਹੋਵੇ ਉਹ। ਸਪਰਿੰਗਿੰਗ ਇਨਟੂ ਦਾ ਏਅਰ, ਉਹ ਹਵਾ ਦੇ ਵਿੱਚ ਉਛਲ ਰਹੀ ਸੀ। ਇਟ ਚਾਰਜ ਸਟ੍ਰੇਟ ਐਟ ਹਰ, ਉਸਨੇ ਇੱਕਦਮ ਕੀ ਹੈ, ਮਿਸਿਸ ਹਾਲ ਦੇ ਉੱਪਰ ਚੇਅਰ ਨੇ ਹਮਲਾ ਕਰ ਦਿੱਤਾ। ਲੈਗਸ ਫੋਰਮੋਸਟ, ਸਿੱਧਾ ਲੱਤਾਂ ਉੱਪਰ ਉਸਦੇ ਹਮਲਾ ਕੀਤਾ। ਐਸ ਸ਼ੀ ਐਂਡ ਹਰ ਹਸਬੈਂਡ ਟਰਨਡ ਅਵੇ ਇਨ ਟੈਰਰ, ਅਤੇ ਉਸਦੀ ਪਤਨੀ ਅਤੇ ਜੋ ਮਿਸਟਰ ਹਾਲ ਸਨ ਅਤੇ ਮਿਸਿਸ ਹਾਲ ਸਨ, ਦੋਵੇਂ ਕੀ ਹੈ, ਕਮਰੇ ਤੋਂ ਧਕੇਲ ਕੇ ਉਹਨਾਂ ਨੂੰ ਚੇਅਰ ਨੇ ਬਾਹਰ ਕੱਢ ਦਿੱਤਾ। The extraordinary chair pushed them both out of the room, ਇਸ ਅਸਧਾਰਨ ਚੇਅਰ ਨੇ ਉਹਨਾਂ ਦੋਵਾਂ ਨੂੰ ਕੀ ਹੈ, ਕਮਰੇ ਤੋਂ ਬਾਹਰ ਕੱਢ ਦਿੱਤਾ। And then appeared to slam and lock the door after them, ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਲੱਗਿਆ ਕੀ ਹੈ
ਕਿ ਦਰਵਾਜ਼ਾ ਝਟਕੇ ਨਾਲ ਬੰਦ ਹੋਇਆ ਅਤੇ ਬਾਅਦ ਵਿੱਚ ਕੀ ਹੈ ਕਮਰੇ ਨੂੰ ਲੌਕ ਲੱਗ ਗਿਆ। ਮਿਸਿਸ ਹਾਲ ਆਲਮੋਸਟ ਫੈਲ ਡਾਊਨ ਦ ਸਟੇਅਰਸ ਇਨ ਹਾਈਟਰਿਸਟ। ਮਿਸਿਸ ਹਾਲ ਸੀ ਜੋ ਸੀ ਲਗਭਗ ਉਹ ਕੀ ਹੈ ਪੌੜੀਆਂ ਦੇ ਉੱਪਰ ਡਿੱਗ ਹੀ ਪਈ ਸੀ। ਹਾਈਸਟ੍ਰਿਕਸ ਕੀ ਹੁੰਦਾ ਹੈ? ਆ ਵਾਈਡਲੀ ਇਮੋਸ਼ਨਲ ਐਂਡ ਐਕਸੈਗਰੇਟਡ ਰਿਐਕਸ਼ਨ। ਜਿਸ ਤਰ੍ਹਾਂ ਕੋਈ ਦੌਰਾ ਵਗੈਰਾ ਪੈ ਜਾਂਦਾ ਨਾ ਹੈ, ਪੂਰੀ ਤਰ੍ਹਾਂ ਇਮੋਸ਼ਨਲ ਹੋਈ ਉਹ ਇਸ ਤਰ੍ਹਾਂ ਸੀ ਕਿ ਪੌੜੀਆਂ ਦੇ ਉੱਪਰ ਡਿੱਗ ਹੀ ਪੈਣੀ ਸੀ। She was convinced that the room was haunted by spirits। ਉਸਨੂੰ ਇਹ ਪੱਕਾ ਸੀ ਕਿ ਕਮਰੇ ਦੇ ਵਿੱਚ ਕੀ ਹੈ ਕੋਈ ਭੂਤ ਦੀਆਂ ਆਤਮਾਵਾਂ ਹਨ। Haunted by spirits and that the stranger had somehow caused these to enter into her furniture। ਅਤੇ ਇਸ ਸਾਰੀ ਗੱਲ ਦੇ ਪਿੱਛੇ ਉਸ ਅਜਨਬੀ ਦਾ ਹੀ ਹੱਥ ਸੀ ਕਿ ਇਹ ਜੋ ਹੌਂਟਡ ਸਪਿਰਿਟਸ ਹਨ ਉਸ ਦੇ ਫਰਨੀਚਰ ਦੇ ਵਿੱਚ ਦਾਖਲ ਹੋ ਚੁੱਕੀਆਂ ਸਨ। ਮਾਈ ਪੂਅਰ ਮਦਰ ਯੂਜ਼ ਟੂ ਸਿਟ ਇਨ ਦੈਟ ਚੇਅਰ। ਮੇਰੀ ਜੋ ਮਦਰ ਸੀ ਉਸ ਚੇਅਰ ਦੇ ਉੱਪਰ ਬੈਠਿਆ ਕਰਦੀ ਸੀ। ਸ਼ੀ ਮੋਨ। ਮਿਸਿਸ ਹਾਲ ਆਪਣੇ ਮੂੰਹ ਦੇ ਵਿੱਚ ਹੀ ਬੁੜਬੁੜਾਉਂਦੀ ਹੈ ਕਿ ਮੇਰੀ ਮਦਰ ਉਸ ਚੇਅਰ ਦੇ ਉੱਪਰ ਬੈਠਿਆ ਕਰਦੀ ਸੀ। ਟੂ ਥਿੰਕ ਇਟ ਸ਼ੁੱਡ ਰਾਈਜ਼ ਅਪ ਅਗੇਂਸਟ ਮੀ ਨਾਓ। ਅਤੇ ਬੜੀ ਦੁਖੀ ਹੋ ਕੇ ਉਹ ਸੋਚ ਰਹੀ ਹੈ ਕਿ ਹੁਣ ਉਹੀ ਚੇਅਰ ਮੇਰੇ ਵਿਰੁੱਧ ਹੋ ਗਈ ਹੈ। The feeling among the neighbors was that the trouble was caused by witchcraft। ਜੋ ਗਵਾਂਢੀ ਸਨ ਉਹਨਾਂ ਦੇ ਮਨ ਵਿੱਚ ਕੀ ਇਹ ਫੀਲਿੰਗ ਸਨ ਕਿ ਇਹ ਜੋ ਮੁਸੀਬਤ ਹੈ ਸਾਰੀ ਜੋ ਵੀ ਉਸ ਇਲਾਕੇ ਦੇ ਵਿੱਚ ਮੁਸੀਬਤਾਂ ਆ ਰਹੀਆਂ ਸਨ ਉਹ ਕਿਸ ਗੱਲ ਕਰਕੇ ਸਨ? ਕਿਸੇ ਜਾਦੂ ਟੂਣੇ ਕਰਕੇ ਸਨ। ਵਿਚਕ੍ਰਾਫਟ ਕੀ ਹੁੰਦਾ? ਕੋਈ ਜਾਦੂ ਟੂਣਾ। ਬਟ ਵਿਚਕ੍ਰਾਫਟ ਔਰ ਨਾਟ, ਪਰ ਇਹ ਜਾਦੂ ਟੋਣਾ ਹੋ ਵੀ ਸਕਦਾ ਸੀ ਅਤੇ ਨਹੀਂ ਵੀ। ਵੈਨ ਨਿਊਜ਼ ਆਫ ਦਾ ਬਰਗਲੀ ਐਟ ਦਾ ਕਲੈਗੀਮੈਨਸ ਹੋਮ ਬਿਕੇਮ ਨੋਨ। ਪਰ ਜਦੋਂ ਖਬਰ ਸੀ ਜੋ ਇੱਕ ਚੋਰੀ ਹੋਈ ਸੀ, ਲੁੱਟ ਹੋਈ ਸੀ ਪਾਦਰੀ ਦੇ ਘਰੇ, ਇਹ ਕੀ ਹੈ ਸਾਰਿਆਂ ਨੂੰ ਜਦ ਪਤਾ ਲੱਗ ਗਈ। ਦ ਸਟ੍ਰੇਂਜ ਸਾਇੰਟਿਸਟ ਵਾਸ ਸਟਰੋਂਗਲੀ ਸਸਪੈਕਟਡ ਆਫ ਹੈਵਿੰਗ ਹੈਡ ਏ ਹੈਂਡ ਇਨ ਇਟ। ਅਤੇ ਉਸ ਸਟ੍ਰੇਂਜ ਸਾਇੰਟਿਸਟ ਉੱਤੇ ਜੋ ਕਿ ਅਜਨਬੀ ਸਾਇੰਟਿਸਟ ਸੀ ਉਸ ਤੇ ਬਹੁਤ ਜ਼ਿਆਦਾ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਸ ਦਾ ਇਸ ਸਾਰੀਆਂ ਘਟਨਾਵਾਂ ਦੇ ਪਿੱਛੇ ਹੱਥ ਸੀ। ਸਸਪੀਸ਼ਨ ਗ੍ਰਿਊ ਈਵਨ ਸਟਰੋਂਗਰ। ਇਹ ਜੋ ਸ਼ੱਕ ਸੀ ਉਸ ਤੋਂ ਵੀ ਜ਼ਿਆਦਾ ਸਟਰੋਂਗ ਹੋ ਗਿਆ ਵੈਨ ਹੀ ਸਡਨਲੀ ਪ੍ਰੋਡਿਊਸ ਸਮ ਰੈਡੀ ਕੈਸ਼। ਜਦ ਉਸ ਸਾਇੰਟਿਸਟ ਨੇ ਕੁਝ ਕੈਸ਼ ਮਿਸਿਸ ਹਾਲ ਅਤੇ ਮਿਸਟਰ ਹਾਲ ਨੂੰ ਕੋਈ ਕੈਸ਼ ਉਸਨੇ ਕੀ ਹੈ ਪੇਸ਼ਕਸ਼ ਕੀਤੀ ਕਿ ਆਪਣਾ ਕਿਰਾਇਆ ਵਗੈਰਾ ਦੇਣ ਦੇ ਲਈ ਉਹਨਾਂ ਨੂੰ ਪੇਸ਼ਕਸ਼ ਕੀਤੀ, ਕੁਝ ਨਗਦ ਕੈਸ਼ ਦੇਣੀ ਚਾਹੀ। Though he had admitted not long before that he had no money। ਜ਼ਿਆਦਾ ਟਾਈਮ ਨਹੀਂ ਹੋਇਆ ਸੀ ਜਿਸ ਤੋਂ ਪਹਿਲਾਂ ਕਿ ਉਹ ਕਹਿ ਕੇ ਹਟਿਆ ਸੀ ਕਿ ਮੇਰੇ ਕੋਲ ਪੈਸੇ ਨਹੀਂ ਹਨ, ਪਰ ਅੱਜ ਉਹ ਕੀ ਹੈ ਮਿਸਿਸ ਹਾਲ ਨੂੰ ਪੈਸੇ ਦੇ ਰਿਹਾ ਸੀ। ਤਾਂ ਸ਼ੱਕ ਉਸਦੇ ਉੱਤੇ ਹੀ ਜਾ ਰਿਹਾ ਸੀ ਕਿ ਸ਼ਾਇਦ ਕਲਰਗੀਮੈਨ ਦੇ ਘਰ ਜੋ ਡਕੈਤੀ ਹੋਈ ਹੈ, ਲੁੱਟ ਹੋਈ ਹੈ, ਇਹ ਪੈਸੇ ਇਸ ਸਾਇੰਟਿਸਟ ਨੇ ਹੀ ਚੁਰਾਏ ਸਨ। The village constable was secretly sent for। ਸੀਕ੍ਰੇਟਲੀ ਕੀ ਹੈ ਬੜੇ ਹੀ ਸੀਕ੍ਰੇਟ ਦੇ ਨਾਲ ਵਿਲੇਜ ਦਾ ਜੋ ਇੱਕ ਕਾਂਸਟੇਬਲ ਸੀ, ਸਿਪਾਹੀ ਸੀ, ਉਸਨੂੰ ਬੁਲਾਇਆ ਗਿਆ। ਇੰਸਟੈਡ ਆਫ ਵੇਟਿੰਗ ਫॉर ਦ ਕਾਂਸਟੇਬਲ ਦਾ ਇੰਤਜ਼ਾਰ ਕੀਤੇ ਤੋਂ ਬਿਨਾਂ ਮਿਸਿਸ ਹਾਲ ਵੈਂਟ ਟੂ ਦ ਸਾਇੰਟਿਸਟ। ਮਿਸਿਸ ਹਾਲ ਸਾਇੰਟਿਸਟ ਦੇ ਕੋਲ ਗਈ who had somehow mysteriously appeared from his empty bedroom। ਜੋ ਕਿ ਹੈ ਬੜੇ ਹੀ ਇੱਕ ਮਿਸਟੀਰੀਅਸ ਢੰਗ ਨਾਲ, ਰਹੱਸਮਈ ਢੰਗ ਨਾਲ ਆਪਣੇ ਉਸ ਐਮਟੀ ਬੈਡਰੂਮ ਦੇ ਵਿੱਚੋਂ ਹੀ ਬਾਹਰ ਨਿਕਲ ਆਇਆ ਸੀ। I want to know what you have been doing to my chair upstairs। ਮਿਸਿਸ ਹਾਲ ਉਸਨੂੰ ਕੀ ਕਹਿੰਦੀ ਹੈ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਚੇਅਰ ਦੇ ਨਾਲ ਉੱਪਰ ਪੌੜੀਆਂ ਦੇ ਉੱਪਰ ਕੀ ਕਰ ਰਹੇ ਸੀ, ਆਪਣੇ ਰੂਮ ਦੇ ਵਿੱਚ ਮੇਰੀ ਚੇਅਰ ਦੇ ਨਾਲ ਕੀ ਕਰ ਰਹੇ ਸੀ। ਸ਼ੀ ਡਿਮਾਂਡ। ਇਸਨੇ ਮਿਸਿਸ ਹਾਲ ਨੇ ਇਹ ਡਿਮਾਂਡ ਕੀਤੀ। ਐਂਡ ਆਈ ਵਾਂਟ ਟੂ ਨੋ ਹਾਊ ਇਟ ਇਜ਼ ਯੂ ਕੇਮ ਆਊਟ ਆਫ ਐਨ ਐਮਟੀ ਰੂਮ। ਅਤੇ ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਉਸ ਐਮਟੀ ਰੂਮ ਦੇ ਵਿੱਚੋਂ ਬਾਹਰ ਕਿਸ ਤਰ੍ਹਾਂ ਆ ਗਏ। ਐਂਡ ਹਾਊ ਯੂ ਐਂਟਰਡ ਅ ਲੌਕਡ ਰੂਮ। ਅਤੇ ਤੁਸੀਂ ਇੱਕ ਲੌਕਡ ਰੂਮ ਦੇ ਵਿੱਚ ਐਂਟਰ ਕਿਸ ਤਰ੍ਹਾਂ ਕਰ ਗਏ। The scientist was always quick tempered। ਜੋ ਸਾਇੰਟਿਸਟ ਸੀ ਉਹ ਕੀ ਹੈ ਹਮੇਸ਼ਾ ਹੀ ਕੁਇਕ ਟੈਂਪਰਡ ਰਹਿੰਦਾ ਸੀ, ਗਰਮ ਮਿਜਾਜ ਦੇ ਵਿੱਚ ਰਹਿੰਦਾ ਸੀ। ਨਾਓ ਹੀ ਬਿਕੇਮ ਫਰੀਅਸ। ਹੁਣ ਉਹ ਕੀ ਹੈ ਬਹੁਤ ਜ਼ਿਆਦਾ ਗੁੱਸੇ ਹੋ ਜਾਂਦਾ ਹੈ। ਯੂ ਡੋਂਟ ਅੰਡਰਸਟੈਂਡ ਹੂ ਔਰ ਵਟ ਆਈ ਐਮ। ਕੀ ਤੁਸੀਂ ਨਹੀਂ ਸਮਝਦੇ ਕਿ ਮੈਂ ਕੌਣ ਹਾਂ, ਕੀ ਹਾਂ ਮੈਂ। ਹੀ ਸ਼ਾਊਟਡ। ਉਹ ਚਿਲਾਉਂਦਾ ਹੈ। ਸਾਇੰਟਿਸਟ ਬੜਾ ਹੀ ਗੁੱਸੇ ਹੋ ਜਾਂਦਾ ਹੈ ਜਦ ਮਿਸਿਸ ਹਾਲ ਉਸ ਤੋਂ ਇਨਵੈਸਟੀਗੇਟ ਕਰ ਰਹੀ ਹੈ। ਵੈਰੀ ਵੈਲ ਆਈ ਵਿਲ ਸ਼ੋ ਯੂ। ਬਹੁਤ ਚੰਗਾ, ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕੌਣ ਹਾਂ।
Suddenly he threw off bandage. ਅਚਾਨਕ ਉਸਨੇ ਕੀ ਹੈ ਆਪਣੀਆਂ ਜੋ ਪੱਟੀਆਂ ਉਸਦੇ ਮੱਥੇ ਉੱਤੇ ਬੰਨੀਆਂ ਹੋਈਆਂ ਸਨ ਉਹ ਉਤਾਰ ਦਿੱਤੀਆਂ। ਵਿਸਕਰਸ ਆਪਣੀਆਂ ਜੋ ਮੁੱਛਾਂ ਵਗੈਰਾ ਸਨ ਨਕਲੀ ਉਹ ਉਤਾਰ ਦਿੱਤੀਆਂ। ਸਪੈਕਟਰਸ ਆਪਣੀਆਂ ਐਨਕਾਂ ਉਤਾਰ ਦਿੱਤੀਆਂ ਐਂਡ ਈਵਨ ਨੋਜ਼ ਅਤੇ ਜੋ ਨਕਲੀ ਨੱਕ ਉਸਦਾ ਲੱਗਿਆ ਹੋਇਆ ਸੀ ਉਹ ਵੀ ਉਤਾਰ ਦਿੱਤਾ। It took him only a minute to do this. ਸਾਇੰਟਿਸਟ ਨੂੰ ਸਿਰਫ 1 ਮਿੰਟ ਹੀ ਲੱਗਿਆ ਇਹ ਸਭ ਕੁਝ ਕਰਨ ਦੇ ਵਿੱਚ। The horrified people in the bar found themselves staring at a headless man. ਉਸ ਬਾਰ ਦੇ ਵਿੱਚ ਡਰੇ ਹੋਏ ਲੋਕ ਆਪਣੇ ਸਾਹਮਣੇ ਕੀ ਦੇਖ ਰਹੇ ਸਨ? ਇੱਕ ਬਿਨਾਂ ਸਿਰ ਦੇ ਵਿਅਕਤੀ ਨੂੰ ਦੇਖ ਰਹੇ ਸਨ। ਮਿਸਟਰ ਜੈਫਰਸ ਦਾ ਕਾਂਸਟੇਬਲ ਨਾਓ ਅਰਾਈਵਡ। ਹੁਣ ਮਿਸਟਰ ਜੈਫਰਸ ਜੋ ਕਿ ਕਾਂਸਟੇਬਲ ਸੀ ਉਹ ਵੀ ਆ ਚੁੱਕੇ ਸਨ ਐਂਡ ਵਾਸ ਕੁਆਇਟ ਸਰਪ੍ਰਾਈਜ਼ਡ ਅਤੇ ਬਹੁਤ ਹੀ ਹੈਰਾਨ ਸਨ ਟੂ ਫਾਈਂਡ ਦੈਟ ਹੀ ਹੈਡ ਟੂ ਅਰੈਸਟ ਅ ਮੈਨ। ਇਹ ਦੇਖ ਕੇ ਕਿ ਉਸ ਨੂੰ ਇੱਕ ਇਹੋ ਜਿਹੇ ਵਿਅਕਤੀ ਨੂੰ ਅਰੈਸਟ ਕਰਨਾ ਪੈਣਾ ਸੀ ਵਿਦਆਊਟ ਅ ਹੈਡ ਜਿਸ ਦਾ ਇੱਕ ਸਿਰ ਹੀ ਨਹੀਂ ਸੀ। ਬਟ ਜੈਫਰਸ ਵਾਸ ਨਾਟ ਈਜ਼ੀਲੀ ਪ੍ਰੀਵੈਂਟਡ ਫਰੋਮ ਡੂਇੰਗ ਹਿਸ ਡਿਊਟੀ। ਪਰ ਮਿਸਟਰ ਜੈਫਰ ਜੋ ਸੀ ਵਾਸ ਨਾਟ ਈਜ਼ੀਲੀ ਪ੍ਰੀਵੈਂਟਡ ਫਰੋਮ ਡੂਇੰਗ ਹਿਸ ਡਿਊਟੀ। ਪਰ ਉਹ ਕੀ ਹੈ ਆਪਣੀ ਡਿਊਟੀ ਕਰਨ ਤੋਂ ਉਹ ਆਸਾਨੀ ਨਾਲ ਨਹੀਂ ਹਟ ਸਕਦੇ ਸਨ। ਇਫ ਅ ਮੈਜਿਸਟ੍ਰੇਟ ਵਾਰੰਟ ਆਰਡਰਡ ਏ ਪਰਸਨਸ ਅਰੈਸਟ। ਜੇਕਰ ਇੱਕ ਮੈਜਿਸਟ੍ਰੇਟ ਦਾ ਇਹ ਆਰਡਰ ਸੀ ਕਿ ਇੱਕ ਆਦਮੀ ਨੂੰ ਗ੍ਰਿਫਤਾਰ ਕਰਨਾ ਹੈ then that person had to be arrested। ਤਾਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਹੀ ਪੈਣਾ ਸੀ with or without his head, ਚਾਹੇ ਫਿਰ ਉਸਦੇ ਸਿਰ ਹੋਵੇ ਜਾਂ ਨਾ ਹੋਵੇ। There followed a remarkable scene as the policeman tried to get hold of a man। ਫਿਰ ਉੱਥੇ ਇੱਕ ਰਿਮਾਰਕੇਬਲ ਸੀਨ ਹੁੰਦਾ ਹੈ ਬੜਾ ਹੀ ਇਸ ਤਰ੍ਹਾਂ ਦਾ ਦ੍ਰਿਸ਼ ਹੁੰਦਾ ਹੈ ਕਿ ਇੱਕ ਪੁਲਿਸਮੈਨ ਜੋ ਕਿ ਕੋਸ਼ਿਸ਼ ਕਰ ਰਿਹਾ ਸੀ ਇੱਕ ਇਹੋ ਜਿਹੇ ਵਿਅਕਤੀ ਨੂੰ ਫੜਨ ਦੀ ਜਿਸ ਦਾ ਕੀ ਹੈ who was becoming more and more invisible, ਜੋ ਕੀ ਹੈ ਅੱਗੇ ਦੀ ਅੱਗੇ ਬਹੁਤ ਜ਼ਿਆਦਾ ਕੀ ਹੈ ਇਨਵਿਜ਼ੀਬਲ ਹੋ ਰਿਹਾ ਸੀ। as he threw off one garment after another, ਜਿਉਂ ਹੀ ਉਹ ਇੱਕ ਕੱਪੜੇ ਤੋਂ ਬਾਅਦ ਦੂਸਰਾ ਕੱਪੜਾ ਉਤਾਰ ਰਿਹਾ ਸੀ ਉਹ ਇਨਵਿਜ਼ੀਬਲ ਹੋ ਰਿਹਾ ਸੀ। Finally a shirt flew into the air। ਆਖਿਰ ਵਿੱਚ ਇੱਕ ਸ਼ਰਟ ਹਵਾ ਦੇ ਵਿੱਚ ਉੱਡਦੀ ਹੈ and the constable found himself struggling with someone he could not see। ਅਤੇ ਜੋ ਕਾਂਸਟੇਬਲ ਸੀ ਇੱਕ ਇਹੋ ਜਿਹੇ ਵਿਅਕਤੀ ਦੇ ਨਾਲ ਸੰਘਰਸ਼ ਕਰ ਰਿਹਾ ਸੀ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਉਹ ਦੇਖ ਹੀ ਨਹੀਂ ਪਾ ਰਿਹਾ ਸੀ। could not see at all, ਬਿਲਕੁਲ ਵੀ ਜਿਸ ਨੂੰ ਨਹੀਂ ਦੇਖ ਪਾ ਰਿਹਾ ਸੀ। some people tried to help him, ਕੁਝ ਲੋਕਾਂ ਨੇ ਉਸਦੀ ਕਾਂਸਟੇਬਲ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ but found themselves hit by blows। ਪਰ ਉਹਨਾਂ ਨੇ ਕੀ ਪਾਇਆ ਕਿ ਉਸ ਨੂੰ ਕੀ ਹੈ ਕੋਈ ਬਲੋਜ਼ ਕੋਈ ਮੁੱਕੇ ਉਹਨਾਂ ਦੇ ਵੱਜ ਰਹੇ ਹਨ that seemed to come from nowhere, ਜੋ ਕਿ ਕਿਸੇ ਨੂੰ ਵੀ ਨਹੀਂ ਦਿਸ ਰਹੇ ਸਨ ਕਿ ਉਹ ਜੋ ਬਲੋਜ਼ ਸਨ ਉਹ ਕਿੱਥੋਂ ਆ ਰਹੇ ਸਨ। In the end ਜੈਫਰਸ was knocked unconscious। ਲਾਸਟ ਦੇ ਵਿੱਚ ਜੋ ਪੁਲਿਸਮੈਨ ਸੀ ਜੈਫਰਸ ਉਹ ਕੀ ਹੈ ਬਿਲਕੁਲ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ as he made a last attempt to hold on to the unseen scientist। ਜਦ ਉਸਨੇ ਕੀ ਹੈ ਆਪਣੀ ਇੱਕ ਲਾਸਟ ਕੋਸ਼ਿਸ਼ ਕੀਤੀ ਸੀ ਉਸ ਅਨਸੀਨ ਸਾਇੰਟਿਸਟ ਨੂੰ ਫੜਨ ਦੀ ਤਾਂ ਉਹ ਕੀ ਹੈ ਅਨਕੌਂਸ਼ੀਅਸ ਹੋ ਕੇ ਕੀ ਹੈ ਜ਼ਮੀਨ ਉੱਪਰ ਡਿੱਗ ਪੈਂਦੇ ਹਨ। there were nervous there were nervous excited cries of hold him। ਸਾਰੇ ਲੋਕ ਉੱਥੇ ਜਿੰਨੇ ਵੀ ਉੱਥੇ ਪ੍ਰੈਜ਼ੈਂਟ ਸਨ ਉਹ ਕੀ ਹੈ ਬੜੀਆਂ ਹੀ ਨਰਵਸ ਅਤੇ ਉਤੇਜਨਾ ਦੇ ਵਿੱਚ ਕੀ ਹੈ ਕਰਾਈਜ਼ ਕਰ ਰਹੇ ਸਨ ਚੀਖ ਰਹੇ ਸਨ hold him but this was easier than said than done। ਪਰ ਇਹ ਸੌਖਾ ਸੀ ਕਹਿਣਾ ਕਿ ਉਸ ਨੂੰ ਫੜ ਲਓ ਫੜਿਆ ਜਾਵੇ ਉਸ ਨੂੰ, ਪਰ ਇਹ ਕਰਨਾ ਬੜਾ ਮੁਸ਼ਕਲ ਸੀ। ਗ੍ਰਿਫਨ had shaken himself free। ਗ੍ਰਿਫਨ ਨੇ ਆਪਣੇ ਆਪ ਨੂੰ ਫ੍ਰੀ ਕਰ ਲਿਆ ਸੀ and no one knew where to lay hands on him। ਅਤੇ ਕੋਈ ਵੀ ਨਹੀਂ ਜਾਣਦਾ ਸੀ ਕਿ ਉਸ ਨੂੰ ਕਿੱਥੋਂ ਫੜਿਆ ਜਾਵੇ। Okay students, we have completed this chapter। I hope you have understood it। Thanks।